10 ਜਾਂ 15 ਗੱਡੀਆਂ ਸੀਗੀਆਂ। ਇਸ ਵੇਲੇ ਉਹਦੇ ਇਹ ਹਾਲਾਤ ਆ ਗਿਆ, ਉਹਨੂੰ ਆਪਣੀਆਂ ਆਧੀਆਂ ਗੱਡੀਆਂ ਵੇਚ ਕੇ ਜਿਹੜੀਆਂ ਬਚੀਆਂ ਹੋਈਆਂ ਗੱਡੀਆਂ ਉਹਨਾਂ ਦੇ ਪੇਪਰ ਕੰਪਲੀਟ ਕਰਨੇ ਪੈ ਰਹੇ ਆ। ਮੰਤਰੀ ਸੰਤਰੀ ਐਮਐਲਏ ਐਮਪੀ ਜਿਹੜੇ ਵੀ ਹੈ, ਇਹਨਾਂ ਨੇ ਕਿਸੇ ਨੇ ਟੈਕਸੀ ਆਪਰੇਟਰ ਇੱਕ ਐਸਾ ਟਬਕਾ ਹੈ ਜਿਹਦੇ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਟੈਕਸ ਪੇ ਕਰਦੇ ਸੀ। ਅਗਰ ਅਸੀਂ ਚੰਡੀਗੜ੍ਹ ਨੰਬਰ ਗੱਡੀ ਪੰਜਾਬ 'ਚ ਜਾਂਦੀ ਹੈ ਤਾਂ 240 ਰੁਪਏ 24 ਘੰਟੇ ਦੇ ਲੱਗਦੇ ਸੀ। ਹਰਿਆਣੇ 'ਚ ਜਾਂਦੀ ਹੈ ਤਾਂ 100 ਰੁਪਇਆ ਲੱਗਦਾ ਸੀਗਾ। ਔਰ ਹਿਮਾਚਲ 'ਚ ਅਗਰ ਅਸੀਂ ਇੰਟਰ ਕਰਦੇ ਤਾਂ 220 ਰੁਪਏ ਲੱਗਦੇ ਸੀ। ਉਹ ਸਾਨੂੰ ਇਹਨਾਂ ਨੇ ਵਨ ਟਾਈਮ ਈਅਰਲੀ 25,000 ਰੁਪਇਆ ਭਰਨ ਵਾਸਤੇ ਸਾਨੂੰ ਮਜਬੂਰ ਕਰ ਦਿੱਤਾ। ਵੀ ਜਿਹੜੀ ਬੱਸਾਂ ਚੱਲ ਰਹੀਆਂ ਹੁਣ ਬਹੁਤ ਓਵਰਲੋਡ ਹੋ ਕੇ ਚੱਲ ਰਹੀਆਂ। ਸਾਡੀ ਗੱਡੀਆਂ ਦੇ ਵਿੱਚ ਜੇ ਇੱਕ ਇਨੋਵਾ ਦੇ ਵਿੱਚ 50% ਕਹਿੰਦੇ ਉਹ 3 ਬੰਦੇ ਹੁੰਦੇ ਆ, ਜੇ ਚੌਥਾ ਹੋ ਜੇ ਤਾਂ 2000 ਦਾ ਚਲਾਨ ਕਰਦੇ ਆ। ਬਾਰਡਰ ਆ ਗਿਆ, ਉਹਨਾਂ ਨੇ ਜਾਣ ਹੀ ਨਹੀਂ ਦੇਣਾ ਸਾਨੂੰ। ਉਹ ਕਹਿੰਦੇ ਜੀ ਪਰਮਿਸ਼ਨ ਲਿਆਓ, ਤੁਸੀਂ 2 ਤੋਂ ਵੱਧ ਬੰਦੇ ਕਿਉਂ? ਐਮਰਜੈਂਸੀ ਦੀ ਕੋਈ ਪ੍ਰੋਬਲਮ ਸਮਝਦੇ ਹੀ ਨਹੀਂ ਹੈ। ਪਿਛਲੇ ਜੂਨ ਤੋਂ ਲਾ ਲਓ ਤੁਸੀਂ, 2020 ਤੋਂ ਜੂਨ ਤੋਂ ਲਾ ਲਓ, ਡੀਜ਼ਲ ਦਾ ਫਰਕ ਪੈ ਗਿਆ ਜੀ। 24-25 ਰੁਪਏ ਦਾ ਡੀਜ਼ਲ ਦਾ ਫਰਕ ਪੈ ਗਿਆ। ਕਰੋਨਾ ਨੇ ਮੁੜ ਤੋਂ ਰਫ਼ਤਾਰ ਜਿਹੜੀ ਹੈ ਫੜੀ ਹੋਈ ਹੈ, ਜਿਸ ਕਰਕੇ ਕਾਫੀ ਜਿਹੜੇ ਡੇਲੀ ਬੇਸਿਸ ਲੋਕ ਨੇ ਭੁੱਖੇ ਮਰਨ ਦੀ ਕਗਾਰ ਤੇ ਆ ਚੁੱਕੇ ਨੇ। ਅਗਰ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਮੁੜ ਤੋਂ ਵਾਪਸ ਜਾ ਰਹੇ ਨੇ, ਤੇ ਅਗਰ ਛੋਟੇ ਦੁਕਾਨਦਾਰਾਂ ਦੀ ਗੱਲ ਕਰੀਏ ਉਹ ਵੀ ਖਤਮ ਹੋ ਚੁੱਕੇ ਨੇ। ਤੇ ਅੱਜ ਖਾਸ ਗੱਲਬਾਤ ਕਰਾਂਗੇ ਇਸ ਸਮੇਂ ਮਾਂ ਲక్ష్ਮੀ ਟੈਕਸੀ ਸਟੈਂਡ ਦੇ ਉੱਤੇ ਖੜੇ ਹੋਏ ਆ, ਕਿਉਂਕਿ ਅਗਰ ਮਹਾਮਾਰੀ ਦੀ ਗੱਲ ਕਰੀਏ ਤਾਂ ਲਗਾਤਾਰ ਮਹਾਮਾਰੀ ਤੋਂ ਭੁੱਖਮਰੀ ਜਿਹੜੀ ਹੈ ਹੋ ਚੁੱਕੀ ਹੈ। ਉਸ ਕਰਕੇ ਟੈਕਸੀ ਦੀ ਗੱਲ ਕਰੀਏ ਤਾਂ 50% ਟੈਕਸੀ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ। ਹੋਰ ਵੀ ਖਾਸ ਗੱਲਬਾਤ ਕਰ ਲੈਂਦੇ ਆ, ਜਾਣ ਲੈਂਦੇ ਆ ਕਿ ਕਿਉਂਕਿ ਲਗਾਤਾਰ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਆ ਕੀ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ, ਕਿਉਂਕਿ 1.25 ਸਾਲ ਤੋਂ ਜ਼ਿਆਦਾ ਹੋ ਗਿਆ 50% ਜਿਹੜੀ ਟੈਕਸੀਆਂ ਸੀਗੀਆਂ ਉਹ ਖਤਮ ਹੋ ਗਈਆਂ। ਤੇ ਹੋਰ ਕਿਹੜੀ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਰਿਹਾ? ਸਰ, ਜਦੋਂ ਦਾ ਪਹਿਲਾ ਲੋਕਡਾਊਨ ਲੱਗਿਆ ਆਪਣਾ ਮਾਰਚ 2020 ਤੋਂ, ਉਸ ਤੋਂ ਬਾਅਦ ਜਿਹੜੇ ਟੈਕਸੀ ਆਪਰੇਟਰ ਹੈ ਉਹ ਕੰਟੀਨਿਊ ਨੁਕਸਾਨ ਦੇ ਵਿੱਚ ਹੀ ਜਾ ਰਹੇ ਆ। ਇਹ ਦੇਖ ਲਓ ਤੁਸੀਂ ਕਿ ਜਿਸ ਟੈਕਸੀ ਆਪਰੇਟਰ ਦੇ ਕੋਲ 10 ਜਾਂ 15 ਗੱਡੀਆਂ ਸੀਗੀਆਂ, ਇਸ ਵੇਲੇ ਉਹਦੇ ਇਹ ਹਾਲਾਤ ਆ ਗਿਆ, ਉਹਨੂੰ ਆਪਣੀਆਂ ਆਧੀਆਂ ਗੱਡੀਆਂ ਵੇਚ ਕੇ ਜਿਹੜੀਆਂ ਬਚੀਆਂ ਹੋਈਆਂ ਗੱਡੀਆਂ ਉਹਨਾਂ ਦੇ ਪੇਪਰ ਕੰਪਲੀਟ ਕਰਨੇ ਪੈ ਰਹੇ ਆ। ਔਰ ਜਿਹੜੇ ਉਹਦੇ ਕੋਲ ਸਟਾਫ ਹੈ, ਔਰ ਸਟਾਫ ਨੂੰ ਵੀ 50% ਕਰਨਾ ਪਿਆ, ਮਜਬੂਰੀ ਹੈ, ਸਟਾਫ ਨੂੰ 50% ਕਰਨਾ ਪਿਆ। ਔਰ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਹੈ ਜਾਂ ਸਾਡੇ ਜਿਹੜੇ ਅੱਗੇ ਮੰਤਰੀ ਸੰਤਰੀ ਐਮਐਲਏ ਐਮਪੀ ਜਿਹੜੇ ਵੀ ਹੈ, ਇਹਨਾਂ ਨੇ ਕਿਸੇ ਨੇ ਟੈਕਸੀ ਆਪਰੇਟਰ ਇੱਕ ਐਸਾ ਟਬਕਾ ਹੈ ਜਿਹਦੇ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਔਰ ਜਿਹੜੇ ਸਾਡੇ ਟੈਕਸੀ ਆਪਰੇਟਰ ਹੈ ਬੜੇ ਇਨੋਸੈਂਟ ਤਰੀਕੇ ਦੇ ਨਾਲ ਆਪਣਾ ਕੰਮ ਵਿਚਾਰੇ ਕਰਦੇ ਆ ਰਹੇ ਆ। ਔਰ ਇਹਨਾਂ ਨੇ ਕਿਤੇ ਕੋਈ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕੀਤਾ ਜਿੱਥੇ ਕਿ ਸਾਡੇ ਵਜ੍ਹਾ ਦੇ ਨਾਲ ਕਰੋਨਾ ਨੂੰ ਬੜਾਵਾ ਮਿਲਿਆ ਹੋਏ ਜਾਂ ਸਾਡੀ ਵਜ੍ਹਾ ਨਾਲ ਕਰੋਨਾ ਕਿਤੇ ਫੈਲਿਆ ਹੋਏ। ਅਸੀਂ ਤਾਂ ਅੱਛੀ ਸਰਵਿਸ ਦਿੱਤੀ ਹੈ ਲੋਕਾਂ ਨੂੰ। ਔਰ ਜਿਹੜੇ ਲੋਕ ਇੱਥੇ ਮੁਸੀਬਤ ਦੇ ਟਾਈਮ ਫਸੇ ਹੋਏ ਸੀ, ਇੱਕ ਟੈਕਸੀ ਆਪਰੇਟਰ ਹੀ ਸੀਗੇ ਜਿਹੜੇ ਇਹਨਾਂ ਨੇ ਆਪਣੀਆਂ ਟੈਕਸੀਆਂ ਦੇ ਵਿੱਚ ਦੂਰ ਦੂਰ ਤੱਕ ਲੋਕਾਂ ਨੂੰ ਬੜੇ ਰੀਜ਼ਨੇਬਲ ਰੇਟ ਦੇ ਨਾਲ ਪਹੁੰਚਾਇਆ। ਕਰੋਨਾ ਵਾਰੀਅਰ ਤੁਸੀਂ ਕੰਮ ਕੀਤਾ, ਉਸ ਤੋਂ ਬਾਅਦ ਅਗਰ ਹੁਣ ਦੀ ਗੱਲ ਕਰੀਏ ਤਾਂ 1.25 ਸਾਲ ਦੇ ਵਿੱਚ ਕਾਫੀ ਮਾਰ ਜਿਹੜੀ ਹੈ ਟੈਕਸੀ ਆਪਰੇਟਰ ਨੂੰ ਪਈ ਹੈ। ਇੱਕ ਤਰਫ ਤਾਂ ਕਰੋਨਾ ਵਾਰੀਅਰ ਦਾ ਤੁਸੀਂ ਕੰਮ ਕਰ ਰਹੇ ਹੋ, ਕਾਫੀ ਐਮਰਜੈਂਸੀ ਸਰਵਿਸ ਵੀ ਤੁਸੀਂ ਕੀਤੀ, ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਤੁਹਾਨੂੰ ਰਿਲੀਫ ਦੇਣ ਦੇ ਬਾਵਜੂਦ ਟੈਕਸ ਵਧਾਉਂਦੀਆਂ ਨੇ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਨੇ। ਤੇ ਅਗਰ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਜਿਹੜੇ ਟੈਕਸੀ ਆਪਰੇਟਰ ਨੇ ਉਹਨਾਂ ਨੂੰ 5-5 ਹਜ਼ਾਰ ਦਿੱਤੇ ਜਾ ਰਹੇ ਨੇ। ਰਾਸ਼ਨ ਜਿਹੜਾ ਥੱਲੇ ਵਰਗ ਸਭ ਨੂੰ ਦਿੱਤਾ ਜਾ ਰਿਹਾ। ਤੇ ਇਦਾਂ ਦੀ ਕੁਝ ਉਪਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਕਿਹੜੀ ਦਿੱਕਤਾਂ ਤੁਹਾਨੂੰ 1.25 ਸਾਲ ਦੇ ਵਿੱਚ ਆਈਆਂ? ਅਗਰ ਮਹਾਮਾਰੀ ਤੋਂ ਭੁੱਖਮਰੀ ਦੇ ਹਾਲਾਤ ਹੋਏ ਤਾਂ ਜਿਹੜੇ ਟੈਕਸੀ ਵਰਕਰ ਨੇ ਉਹਨਾਂ ਦੇ ਕੀ ਅਸਰ ਪਿਆ? ਕਿੰਨੇ ਪ੍ਰਤੀਸ਼ਤ ਲੋਕ ਬੇਰੋਜ਼ਗਾਰ ਹੋਏ ਨੇ ਤੇ ਕਿੰਨਾਂ ਨੂੰ ਭੁੱਖਮਰੀ ਦੇ ਸ਼ਿਕਾਰ ਹੋਏ ਨੇ? ਕੀ ਕਹਿਣਾ ਚਾਹੁੰਦੇ ਸਰ? ਪਹਿਲਾਂ ਤਾਂ ਜਿਹੜੀ ਆਪਾਂ ਗੱਲ ਕਰੀਏ ਵੀ ਟੈਕਸੀ ਆਪਰੇਟਰਾਂ ਨੂੰ ਕਿਹੜੀ ਮਾਰ ਪਈ, ਇੱਕ ਤਾਂ ਦੇਖੋ ਕੰਮ ਨਹੀਂ ਹੈਗਾ ਬਿਲਕੁਲ ਵੀ, ਉਹ ਤਾਂ ਸਾਨੂੰ ਮਾਰ ਪਈ ਹੈ। ਉੱਪਰੋਂ ਜਿਹੜੀ ਮਹਿੰਗਾਈ ਹੈ, ਡੀਜ਼ਲ ਦੇ ਜਿਹੜੇ ਰੇਟ ਹੈਗੇ ਆ ਮਾਰਚ 2020 ਤੋਂ ਲੈ ਕੇ 27 ਅਪ੍ਰੈਲ ਤੋਂ ਇਹਨਾਂ ਨੇ ਰੇਟ ਵਧਾਉਣੇ ਸ਼ੁਰੂ ਕੀਤੇ ਤੇ ਹੁਣ ਤੱਕ 26 ਰੁਪਏ ਰੇਟ ਵੱਧ ਚੁੱਕਿਆ ਹੈ। 26 ਰੁਪਏ ਰੇਟ ਵੱਧ ਚੁੱਕਿਆ ਹੈ। ਜਿਹੜਾ ਉਸ ਵੇਲੇ ਆਪਣਾ 59 ਰੁਪਏ ਡੀਜ਼ਲ ਸੀਗਾ, ਇਸ ਵੇਲੇ 87 ਰੁਪਏ ਪਹੁੰਚਿਆ ਹੋਇਆ। ਉਹਦੇ ਹਿਸਾਬ ਨਾਲ ਅਗਰ ਅਸੀਂ ਕੈਲਕੂਲੇਟ ਕਰੀਏ ਤਾਂ ਜਿਹੜੇ ਸਾਡੇ ਕੰਮ ਕਰਨ ਦਾ ਜਿਹੜਾ
ਤਰੀਕਾ ਸੀਗਾ ਅਸੀਂ ਕੰਮ ਉਸੇ ਤਰੀਕੇ ਨਾਲ ਕਰ ਰਹੇ, ਸਾਨੂੰ ਰੇਟ ਉਹੀ ਮਿਲ ਰਹੇ ਨੇ। ਪਰ ਜਿਹੜੇ ਗਵਰਨਮੈਂਟ ਨੇ ਸਾਡੇ ਪਰ ਡੀਜ਼ਲ ਦੇ ਰੇਟ ਵਧਾ ਕੇ ਬੋਝ ਪਾਇਆ, ਉੱਪਰੋਂ ਪਿਛਲੇ 4 ਮਹੀਨੇ ਤੋਂ ਅਸੀਂ ਇੱਕ ਲੜਾਈ ਹੋਰ ਲੜ ਰਹੇ ਹਾਂ। ਸਟੇਟ ਦੀਆਂ ਜਿਹੜੀਆਂ ਗਵਰਨਮੈਂਟ ਹੈਗੀਆਂ, ਸੈਂਟਰ ਦੀ ਜਿਹੜੀ ਗਵਰਨਮੈਂਟ ਹੈਗੀ ਹੈ, ਇਹਨਾਂ ਨੇ ਸਾਡੇ ਦੇ ਉੱਪਰ ਟੈਕਸ ਲਾ ਦਿੱਤਾ ਇੱਕ, ਜਿਹੜਾ ਕਿ ਅਸੀਂ ਅਦਰ ਸਟੇਟ ਦੇ ਵਿੱਚ ਇੰਟਰ ਕਰਨ ਵੇਲੇ ਪਰ ਡੇ ਦੇ ਹਿਸਾਬ ਨਾਲ ਟੈਕਸ ਪੇ ਕਰਦੇ ਸੀ। ਅਗਰ ਅਸੀਂ ਚੰਡੀਗੜ੍ਹ ਨੰਬਰ ਗੱਡੀ ਪੰਜਾਬ 'ਚ ਜਾਂਦੀ ਹੈ ਤਾਂ 240 ਰੁਪਏ 24 ਘੰਟੇ ਦੇ ਲੱਗਦੇ ਸੀ, ਹਰਿਆਣੇ 'ਚ ਜਾਂਦੀ ਹੈ ਤਾਂ 100 ਰੁਪਇਆ ਲੱਗਦਾ ਸੀਗਾ, ਔਰ ਹਿਮਾਚਲ 'ਚ ਅਗਰ ਅਸੀਂ ਇੰਟਰ ਕਰਦੇ ਤਾਂ 220 ਰੁਪਏ ਲੱਗਦੇ ਸੀ। ਉਹ ਸਾਨੂੰ ਇਹਨਾਂ ਨੇ ਵਨ ਟਾਈਮ ਈਅਰਲੀ 25,000 ਰੁਪਇਆ ਭਰਨ ਵਾਸਤੇ ਸਾਨੂੰ ਮਜਬੂਰ ਕਰ ਦਿੱਤਾ। ਅਗਰ ਅਸੀਂ ਉਹ 25,000 ਨਹੀਂ ਭਰਦੇ ਤਾਂ ਸਾਡੇ ਪੇਪਰ ਅਪਡੇਸ਼ਨ ਰੋਕ ਦਿੱਤੀ ਗਈ ਹੈ। ਅਗਰ ਤੁਸੀਂ ਟੈਕਸ ਅਗਰ 1 ਮਹੀਨੇ ਪਹਿਲੇ ਭਰੇ ਆ, ਜਦੋਂ ਲੋਕਡਾਊਨ ਹੋਣ ਤੋਂ ਪਹਿਲਾਂ ਭਰੇ ਆ, ਤਾਂ 1 ਸਾਲ ਮੰਨ ਲਓ ਕਿ ਲੋਕਡਾਊਨ ਰਹਿੰਦਾ ਜਾਂ 6 ਮਹੀਨੇ ਲੋਕਡਾਊਨ ਰਹਿੰਦਾ, ਜਾਂ ਫਿਰ ਗੱਡੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੀ ਹੈ, ਲੋਕਲ ਕੰਮ ਕਰਦੀ ਹੈ, ਤਾਂ ਜਿਹੜੇ 25,000 ਤੁਸੀਂ ਭਰੇ ਆ ਤਾਂ ਉਹਦੀ ਪੂਰਤੀ ਹੋ ਸਕਦੀ ਹੈ? ਸਰ ਉਹ ਕਿਸੇ ਤਰ੍ਹਾਂ ਪੂਰਤੀ ਨਹੀਂ ਹੋ ਸਕਦੀ ਉਹਦੀ, ਕਿਉਂਕਿ ਇੰਨਾ ਕੰਮ ਨਹੀਂ ਹੈਗਾ ਇਸ ਵੇਲੇ। ਅਗਰ ਟੈਕਸੀ ਵਾਲਾ ਕੋਈ ਕੰਮ ਕਰ ਵੀ ਰਿਹਾ, ਕਿਸੇ ਦੇ ਕੋਲ ਕੰਮ ਹੈਗਾ ਤਾਂ ਉਹ ਹੈਂਡ ਟੂ ਮਾਊਥ ਹੈ। ਇਸ ਵੇਲੇ ਉਹ ਕਮਾ ਕੇ ਖਾਣ ਦੇ ਕਾਬਿਲ ਵੀ ਨਹੀਂ ਹੈ। ਇਸ ਵੇਲੇ ਆਹ ਦੇਖ ਲਓ ਵੀ ਅਗਰ ਅਸੀਂ ਟੈਕਸੀ ਖੜੀ ਕਰਦੇ ਆ ਤਾਂ ਉਹਦੇ ਵਿੱਚ ਅਸੀਂ ਬਚੇ ਆ, ਅਗਰ ਅਸੀਂ ਚਲਾਉਂਦੇ ਆ ਤਾਂ ਅਸੀਂ ਮਰੇ ਹੋਏ ਆ। ਅਸੀਂ ਉਹ ਖਰਚੇ ਪੂਰੇ ਨਹੀਂ ਕਰ ਸਕਦੇ, ਉਹਦੇ ਉਹ ਖਰਚੇ ਕਿਸੇ ਤਰੀਕੇ ਦੇ ਨਾਲ ਉਹ ਟੈਕਸ ਪੂਰਾ ਨਹੀਂ ਹੋ ਸਕਦਾ। ਇਸ ਕਰਕੇ ਸਾਡੀ ਗਵਰਨਮੈਂਟ ਅੱਗੇ, ਆਪਣੀ ਸਟੇਟ ਗਵਰਨਮੈਂਟਾਂ ਅੱਗੇ ਔਰ ਐਡਮਿਨਿਸਟ੍ਰੇਸ਼ਨ ਅੱਗੇ ਆਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਜਿਹੜੇ ਟੈਕਸ ਹੈ ਉਹਨਾਂ ਨੂੰ ਐਜ਼ ਇਟ ਜਿਵੇਂ ਪਹਿਲੇ ਸੀਗਾ, ਪੁਰਾਣਾ ਸੀਗਾ, ਪੁਰਾਣੇ ਹੀ ਟੈਕਸ ਸਾਡੇ ਕੋਲੋਂ ਲਏ ਜਾਣ। ਨਵਾਂ ਸਾਡੇ ਤੇ ਕੋਈ ਵੀ ਟੈਕਸ ਜ਼ਬਰਦਸਤੀ ਨਾ ਥੋਪਿਆ ਜਾਏ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਟੈਕਸੀ ਓਪਰੇਟਰ ਹੈ ਉਹ ਭੁੱਖਮਰੀ ਦੀ ਕਗਾਰ ਤੇ ਤਾਂ ਪਹੁੰਚਿਆ ਹੀ ਹੋਇਆ, ਉਹਨੂੰ ਫਾਹਾ ਲਾ ਕੇ ਮਰਨਾ ਪਊਗਾ। ਤੇ ਇਹਨਾਂ ਨੇ ਦੱਸਿਆ ਕਿ ਜਿਹੜੇ ਮਾਲਕ ਸੀਗੇ ਉਹਨਾਂ ਨੇ ਗੱਡੀਆਂ ਵੇਚ ਕੇ ਆਪਣਾ ਸਾਰ ਲਿਆ। 10 ਗੱਡੀਆਂ ਸੀਗੀਆਂ, 5 ਗੱਡੀਆਂ ਵੇਚਦੀਆਂ, 6 ਗੱਡੀਆਂ ਵੇਚਦੀਆਂ। ਪਰ ਜਿਹੜੇ ਡਰਾਈਵਰ ਸੀਗੇ ਉਹਨਾਂ ਦਾ ਕੀ ਹਾਲ ਹੋਇਆ ਇਸ ਮਹਾਮਾਰੀ ਦੇ ਵਿੱਚ? मतलब 50% जो ड्राइवर हैं वो बेरोज़गार हो गए हैं, क्योंकि ऑप्शन साढ़े कोल भी कोई नहीं है। साड़ी गड्डियाँ चल नहीं रही है। सब तो बड़ा टूरिज्म बंद है। टूरिज्म के अलावा हुण किसी ने अपने कोई चंडीगढ़ रह रहा, कोई स्टूडेंट रह रहा, मैं कल दी तुहानूं गल दसदा, उन्होंने उत्तराखंड अपने होम टाउन जाना सी, तो उन्होंने 3 स्टेट क्रॉस करने, हरियाणा पंजाब, हरियाणा पैंदा, हिमाचल पैंदा, फिर उत्तराखंड पैंदा। पास अप्लाई करते हैं, साइट इन्हां दी प्रॉपर वर्किंग नहीं है, ठीक है, रीज़न मंगते हैं, रिजेक्ट कर देंगे हैं। वो 3 दिन तो इत्थे ही है। मतलब अगर पहले तो काम है ही नहीं, अगर एक आधी बुकिंग मिलती भी है तो वो पास की वजह से ख़त्म हो जाती है, तो उस वजह से गाड़ियाँ जो है वो खड़ी ही खड़ी रह रही हैं। और ड्राइवर्स का क्या करेंगे जब काम ही नहीं है, तो ड्राइवर्स को भी रख के कोई फ़ायदा है नहीं। तो 50% ड्राइवर जो हैं सब बेरोजगार है इस टाइम पे। आगे आगे आ जाइए। हाँ जी हाँ जी हाँ जी। मैं ड्राइवर हूँ यहाँ टैक्सी स्टैंड का। 8 तारीख से खाली बैठा हूँ। फिर मैंने बाजी को बोला कि मैं घर चला जाता हूँ। बाजी ने कहा ठीक है चले जाओ, जब काम बढ़ेगा तो बुला लेंगे आपको। मैं लखनऊ जा रहा हूँ। लखनऊ जा रहे हैं। मैंने टिकट करवा लिया। 8 टिकट है, 5:15 की ट्रेन है। तो विद फैमिली के साथ यहाँ रहते थे, अकेले यहाँ फैमिली रहते तो जाना भी मुश्किल होता अगर फैमिली होती। तो क्या क्या हालातों का सामना करना पड़ा आपको इतने समय में? 1.25 साल। बाजी से जितना हो रहा है उतना ज़्यादा से ज़्यादा दिक्कत नहीं होने दे रही, लेकिन काम नहीं कब तक अपने पास से देंगे। सबसे बड़ी बात ये है ना, कब तक देंगे, एडवांस देंगे, जो भी कुछ है, नहीं भी जो भी कुछ है, लेकिन क्या करेंगे। क्या इस 1.25 साल में रोटी के मोहताज भी हुए हो? नहीं, कभी नेपाजी ने इस चीज़ की कभी दिक्कत नहीं होने दी। खुद भूखे रहे हो लेकिन हम लोग को कभी दिक्कत नहीं होने दी। ਤੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਗੱਡੀ ਚਲਾਉਂਦੇ ਤੁਸੀਂ ਜਾਂ ਗੱਡੀ ਦੇ ਮਾਲਕ ਹੋ ਜਾਂ ਅਸੀਂ ਮਾਲਕ ਹੈਗੇ ਜੀ। ਸਭ ਤੋਂ ਮੇਨ ਗੱਲ ਹੈ ਸਾਡਾ ਅੱਜ ਦਾ ਜਿਹੜਾ ਹੈਗਾ ਮੁੱਦਾ ਵੀ ਜਿਹੜੀ ਬੱਸਾਂ ਚੱਲ ਰਹੀਆਂ ਹੁਣ ਬਹੁਤ ਓਵਰਲੋਡ ਹੋ ਕੇ ਚੱਲ ਰਹੀਆਂ। ਸਾਡੀ ਗੱਡੀਆਂ ਦੇ ਵਿੱਚ ਜੇ ਇੱਕ ਇਨੋਵਾ ਦੇ ਵਿੱਚ 50% ਕਹਿੰਦੇ ਉਹ 3 ਬੰਦੇ ਹੁੰਦੇ ਆ, ਜੇ ਚੌਥਾ ਹੋ ਜੇ ਤਾਂ 2000 ਦਾ ਚਲਾਨ ਕਰਦੇ ਆ। ਔਰ ਇੱਕ ਬੱਸ ਦੇ ਅੰਦਰ 50% ਮਤਲਬ ਉਹਨਾਂ ਨੂੰ 25 ਬੰਦੇ ਦੀ ਅਲਾਉਡ ਹੋਣੀ ਚਾਹੀਦੀ ਹੈ। 110 140 ਬੰਦਾ ਲੈ ਕੇ ਉਹ ਲੋਕ ਚੱਲਦੇ ਆ। ਉਹਨਾਂ ਨੂੰ ਕੁਝ ਵੀ ਚੰਡੀਗੜ੍ਹ ਪ੍ਰਸ਼ਾਸਨ ਜਾਂ ਮੋਹਾਲੀ ਪ੍ਰਸ਼ਾਸਨ ਕੋਈ ਕੁਝ ਨਹੀਂ ਕਹਿੰਦਾ ਉਹਨਾਂ ਨੂੰ। ਇਸ ਚੀਜ਼ ਦਾ ਕੀ ਹੈ ਮਤਲਬ ਵੀ ਉਹਨਾਂ ਨੂੰ ਕੌਣ ਰੋਕੇਗਾ? ਅਸੀਂ ਜੇ ਕੁਝ ਕਰਦੇ ਆ ਤਾਂ ਸਾਨੂੰ ਮਤਲਬ ਉਹ ਮਤਲਬ ਸਾਡੀ ਦੜਾ ਦਿਆ ਜਾਂਦਾ। ਸਾਨੂੰ ਕੁਝ ਨਹੀਂ, ਸਾਡੀ ਕੋਈ ਸੁਣਵਾਈ ਨਹੀਂ ਹੈ ਇਸ ਚੀਜ਼ ਤੇ। ਉੱਪਰ ਤੋਂ ਉੱਪਰ ਪੈਸਾ ਚੱਲ ਰਿਹਾ ਪੁਲਿਸ ਵਾਲਿਆਂ ਨੂੰ, ਉਸ ਤੇ ਉੱਪਰ ਵਾਲਿਆਂ ਨੂੰ, ਹਰ ਇੱਕ ਚੀਜ਼ ਨੂੰ ਪੈਸਾ ਚੱਲ ਰਿਹਾ। ਸਾਡੀ ਤਾਂ ਕੋਈ ਸੁਣਵਾਈ ਨਹੀਂ ਹੈਗੀ ਇਸ ਚੀਜ਼ ਦੇ ਵਿੱਚ। ਉੱਪਰੋਂ ਦੂਜੀ ਗੱਲ ਹੈ EMIs ਮਤਲਬ ਸਾਡਾ ਕੰਮ ਚੱਲ ਨਹੀਂ ਰਿਹਾ। ਕੋਈ ਬੰਦਾ ਹੁਣ ਕੋਈ ਹਿਮਾਚਲ ਸਾਰਾ ਸਟਾਪ ਹੈ, ਬਿਲਕੁਲ ਮੇਨ ਸਟੇਸ਼ਨ ਹੈ ਚੰਡੀਗੜ੍ਹ ਜਿੱਥੋਂ ਸਾਰਾ ਟੂਰਿਸਟ ਨਿਕਲਦਾ ਹਿਮਾਚਲ ਵਾਸਤੇ, ਬੰਦ ਪਿਆ ਸਾਰਾ ਹਰ ਇੱਕ ਚੀਜ਼। 50% ਹੁੰਦਾ ਹਿਮਾਚਲ ਨੇ ਬਿਲਕੁਲ ਬੰਦ ਕਰਤਾ। ਬੈਂਕ ਹਲੇ ਵੀ EMIs ਵਾਸਤੇ ਸਾਨੂੰ ਬੁਲਾਉਂਦਾ, ਫੋਨ ਕਰਦਾ ਵੀ ਦੋ EMIs ਦੋ, ਕਿੱਥੋਂ ਦਈਏ?
ਸਾਡੀ ਜਿਹੜੇ ਇਹ ਹੈਗਾ ਗੱਡੀਆਂ ਸਾਡੀ ਜੇ ਚੱਲਣਗੀਆਂ ਤਾਂ ਹੀ ਅਸੀਂ EMIs ਦੇਣਗੇ, ਹੈ ਨਾ ਜੀ। ਇਹ ਕਿਸ ਤਰ੍ਹਾਂ ਚੱਲੇਗਾ ਸਾਡਾ, ਸਾਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਇਸ ਟਾਈਮ। ਸਾਡਾ 50% ਹੁਣ ਤਾਂ ਮੇਨ ਮੁੱਦਾ ਹੈ ਵੀ ਬੱਸਾਂ ਨੂੰ ਰੋਕਿਆ ਜਾਏ। ਜੇ ਬੱਸਾਂ ਦੇ ਵਿੱਚ 50% ਚੱਲੇਗਾ ਤਾਂ ਸਾਡੇ ਕੋਲ ਵੀ ਕੋਈ ਆਏਗਾ, ਸ਼ਾਇਦ ਹੈ ਵੀ ਸਾਨੂੰ ਫਿਰ ਕੋਈ ਜਾਣ ਦੇਗਾ। ਔਰ ਉਹਦੇ 'ਚ ਵੀ ਅਸੀਂ ਸਾਡੀ ਤਾਂ ਸਰਵਿਸ ਉਸ ਹਿਸਾਬ ਦੀ ਹੈ ਵੀ ਸੈਨੀਟਾਈਜ਼ਡ ਔਰ ਮਾਸਕ ਰੱਖ ਕੇ ਗੱਡੀਆਂ ਦੇ ਵਿੱਚ ਐਕਸਟਰਾ ਲੈ ਕੇ ਚੱਲਦੇ ਹਾਂ ਅਸੀਂ। ਉਸ ਤੋਂ ਬਾਅਦ ਵੀ ਰੋਡ ਦੇ ਉੱਪਰ ਪੁਲਿਸ ਵਾਲਾ ਸਾਨੂੰ ਵਿਦਆਊਟ ਐਂਟਰੀ ਜਾਣ ਨਹੀਂ ਦਿੰਦਾ। ਉਹਨਾਂ ਨੂੰ ਪੈਸਾ ਲੈਣਾ ਹੀ ਲੈਣਾ, ਉਹ ਪੈਸਾ ਲੈ ਕੇ ਹੀ ਜਾਣ ਦਿੰਦੇ ਆ ਸਾਨੂੰ, ਬੇਸ਼ੱਕ ਸਾਡੇ ਕੋਲ ਪਾਸ ਹੋਵੇ ਜਾਂ ਨਹੀਂ ਹੈਗਾ। ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਵੀ ਪਾਸ ਹੈਗਾ ਤੁਹਾਡੇ ਕੋਲ ਨਹੀਂ ਹੈਗਾ। ਕੀ ਚੀਜ਼ ਦੀ ਐਂਟਰੀ ਕਰਦੇ ਆ, ਕੀ ਕਰਦੇ ਆ, ਮਤਲਬ ਰਿਸ਼ਵਤ ਲੈਂਦੇ ਇੱਕ ਤਰੀਕੇ ਦੀ, ਉਹ ਰਿਸ਼ਵਤ ਲੈਂਦੇ ਆ। ਤੁਹਾਡੇ ਕੋਲੇ ਤੁਸੀਂ ਟੈਂਪੂ ਟਰੈਵਲ ਲੈ ਕੇ ਜਾ ਰਹੇ ਹੋ, 1000 ਰੁਪਏ ਉਹਨੂੰ ਚਾਹੀਦਾ ਬੰਦੇ ਨੂੰ ਵੀ 1000 ਰੁਪਏ ਦੇ ਦਿਓ, ਬਾਰਡਰ ਕ੍ਰਾਸ ਜਾਓ ਤੁਸੀਂ, ਜਿਹੜੀ ਮਰਜ਼ੀ ਸਟੇਟ ਦੇ ਵਿੱਚ ਜਿਹੜਾ ਬਾਰਡਰ ਆ ਗਿਆ ਉੱਥੇ 1000 ਰੁਪਏ ਲਓ। ਆਰਟੀਓ ਡਿਊਟੀ ਕੋਈ ਰਸਤੇ 'ਚ ਮਿਲ ਗਿਆ ਉਹਨੂੰ ਵੀ 1000 ਰੁਪਏ ਚਾਹੀਦਾ, 1000 ਰੁਪਏ ਦੇ ਦਿਓ। ਆਮ ਕੋਈ ਪੁਲਿਸ ਵਾਲਾ ਮਿਲ ਗਿਆ ਉਹਨੇ 500 ਰੁਪਏ ਲੈਣਾ। ਮਤਲਬ ਇੱਕ ਛੋਟੀ ਜੀ ਗੱਲ ਹੈ, ਜੇ ਮੰਨ ਲਓ ਸਾਡੀ ਯਮਨਾ ਨਗਰ ਤੱਕ 2500 ਰੁਪਏ 'ਚ ਛੋਟੀ ਗੱਡੀ ਜਾਂਦੀ ਹੈ, ਇਸ ਤਰ੍ਹਾਂ 400 500 ਕਰਦੇ ਦੇ ਕੇ ਜਾਏਗੀ ਔਰ ਡੀਜ਼ਲ ਅਸੀਂ ਪਾਵਾਂਗੇ, ਸਾਨੂੰ ਤਾਂ ਕੁਝ ਨਹੀਂ ਬਚਿਆ ਜੀ ਉਸ 'ਚ। ਇਹ ਸਾਡੀ ਮੇਨ ਗੱਲ ਹੈ ਵੀ ਜਿਹੜੀ ਬੱਸ ਹੈਗੀ ਹੈ ਉਹ 110 ਬੰਦਾ ਲੋਡ ਕਰ ਸਕਦੀ ਹੈ, ਸਾਡੀ ਗੱਡੀ ਦੇ ਵਿੱਚ ਕਿਉਂ ਨਹੀਂ ਪ੍ਰੋਪਰ ਬੰਦੇ ਬੈਠਣ ਦੇ ਸਕਦੇ ਹੋ, ਜਦ ਕਿ ਅਸੀਂ ਸਾਰੇ ਰੂਲਸ ਫੋਲੋ ਕਰ ਰਹੇ ਹਾਂ ਕੋਵਿਡ-19 ਦੇ। ਅਸੀਂ ਸੈਨੀਟਾਈਜ਼ਰ ਵੀ ਪ੍ਰੋਪਰ ਕਰਦੇ ਆ, ਪਰ ਬੱਸਾਂ ਵਾਲੇ ਦਾ ਕੋਈ ਸੈਨੀਟਾਈਜ਼ਰ ਉਹਨਾਂ ਕੋਲ ਖੁਦ ਨਹੀਂ ਹੁੰਦਾ ਹੀ ਨਹੀਂ ਸੈਨੀਟਾਈਜ਼ਰ। ਔਰ ਟੈਕਸੀ ਕੌਣ ਲੈ ਕੇ ਜਾਂਦਾ, ਜੋ ਹਰ ਬੰਦੇ ਕੋਲ ਆਪਣਾ ਆਪਣਾ ਕਨਵੈਂਸ ਹੈਗਾ, ਕਿਸੇ ਕੋਲ ਬਾਈਕ ਹੈ, ਟੈਕਸੀ ਕੌਣ ਲੈ ਕੇ ਜਾਂਦਾ ਕਿ ਚਲੋ 4 ਬੰਦੇ ਇਕੱਠੇ ਹੋ ਕੇ ਲੈ ਚੱਲੀਏ, ਸਸਤੀ ਪੈ ਜਾਏਗੀ। ਉਹ 4 ਤਾਂ ਬੈਠਣ ਨਹੀਂ ਦਿੰਦੇ, ਫਿਰ ਟੈਕਸੀ ਲੈ ਕੇ ਕੌਣ ਜਾਏਗਾ। ਇਸੇ ਕਰਕੇ ਖੜੀਆਂ, ਟਾਇਰ ਖਰਾਬ ਹੋ ਗਏ ਗੱਡੀਆਂ ਦੇ ਖੜੇ ਖੜੇ, ਕਿਸ਼ਤਾਂ ਉੱਪਰੋਂ ਆਈ ਜਾ ਰਹੀਆਂ, ਟੈਕਸ ਉਹ ਨਹੀਂ ਗਵਰਨਮੈਂਟ ਮਾਫ ਕਰ ਰਹੀ। ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 2 ਬੰਦੇ ਅਲਾਉਡ ਨੇ ਗੱਡੀ ਦੇ ਵਿੱਚ, ਜਾਂ ਤਾਂ ਇੱਕ ਕਪਲ ਜਾ ਸਕਦਾ ਹੈ ਜਾਂ ਤਾਂ ਫਿਰ ਇੱਕ ਡਰਾਈਵਰ ਤੇ ਇੱਕ ਦੂਜਾ ਬੰਦਾ ਜਾ ਸਕਦਾ। ਤੇ ਉਸ ਕਰਕੇ ਕਿੰਨੀ ਦਿੱਕਤ ਆ ਰਹੀਆਂ ਨੇ, ਕਈ ਡਰਾਈਵਰਾਂ ਦੀ ਨੌਕਰੀਆਂ ਵੀ ਉਸ ਕਰਕੇ ਗਈਆਂ ਨੇ, ਤੇ ਉਸ ਕਰਕੇ ਤੁਸੀਂ ਕੀ ਕੀ ਚੀਜ਼ਾਂ ਫੇਸ ਕੀਤੀਆਂ? ਅਸੀਂ ਤਾਂ ਇਹੀ ਦੱਸ ਰਹੇ ਹਾਂ ਕਿ ਪਹਿਲੀ ਗੱਲ ਤਾਂ ਜਦੋਂ ਪੰਜਾਬ ਤੋਂ ਆਪਾਂ ਹਰਿਆਣੇ ਜਾਈਏ, ਵਿੱਚ ਬਾਰਡਰ ਆ ਗਿਆ, ਉਹਨਾਂ ਨੇ ਜਾਣ ਹੀ ਨਹੀਂ ਦੇਣਾ ਸਾਨੂੰ। ਉਹ ਕਹਿੰਦੇ ਜੀ ਪਰਮਿਸ਼ਨ ਲਿਆਓ, ਤੁਸੀਂ 2 ਤੋਂ ਵੱਧ ਬੰਦੇ ਕਿਉਂ ਹੈ। ਐਮਰਜੈਂਸੀ ਦੀ ਕੋਈ ਪ੍ਰੋਬਲਮ ਸਮਝਦੇ ਹੀ ਨਹੀਂ ਹੈ। ਉਹ ਖੁਦ ਮੇਰੇ ਨਾਲ ਹੀ ਹੋਇਆ, ਮੈਂ ਵੀ 1000 ਰੁਪਏ ਦਾ ਚਲਾਨ ਕਟਵਾਇਆ, ਐਕਸੀਡੈਂਟ ਹੋ ਗਿਆ ਸੀ ਮੇਰੇ ਬ੍ਰਦਰ ਦਾ, ਤੇ ਉੱਧਰ ਜਾ ਰਹੇ ਸੀਗੇ ਅਸੀਂ। ਉਹ ਕਹਿੰਦੇ ਨਹੀਂ ਜੀ ਤੁਸੀਂ ਝੂਠ ਬੋਲ ਰਹੇ, ਦੱਸੋ ਉਹਨਾਂ ਨੂੰ ਕੀ ਪ੍ਰੂਫ ਦਈਏ। ਇਹ ਗਵਰਨਮੈਂਟ ਟੈਕਸ ਤਾਂ ਮਾਫ ਕਰ ਦੇ ਕਮ ਸੇ ਕਮ, ਅਗਰ ਚਲੋ ਇਸ ਵਿਫਤਾ ਆਈ ਹੈ ਦੇਸ਼ ਤੇ, EMI ਤਾਂ ਮਾਫ ਕਰ ਦੋ। ਇਹ ਤਾਂ ਟੈਕਸ ਵੀ ਵਧਾਈ ਜਾ ਰਹੇ ਉਲਟਾ। ਪਹਿਲੇ 610 ਰੁਪਇਆ ਸੀਗਾ ਟੈਕਸ ਹਿਮਾਚਲ ਦਾ 3 ਮਹੀਨੇ ਦਾ, ਇਹਨਾਂ ਨੇ 220 ਰੁਪਏ ਇੱਕ ਦਿਨ ਦਾ ਕਰਤਾ, ਚਲੋ ਉਹ ਵੀ ਅਸੀਂ ਬਰਦਾਸ਼ਤ ਕਰ ਲਿਆ। ਹੁਣ ਇਹ ਕਹਿ ਰਹੇ 10,000 ਰੁਪਏ ਪਰ ਸੀਟ ਕਰਨੇ ਆ, ਦੱਸੋ ਕੌਣ ਦੇ ਦੇਗਾ। ਕਿਹੜੀ ਛੋਟੀ ਗੱਡੀ ਪੂਰੇ ਵਰਲਡ ਇੰਡੀਆ 'ਚ ਘੁੰਮਦੀ ਹੈ, ਇੱਕ ਟਰੱਕ ਹੈ ਉਹ ਵੀ 16,000 ਰੁਪਇਆ ਉਹਦਾ ਟੈਕਸ ਹੈ, ਉਹ ਵੀ ਪੂਰਾ 7-8 ਸਟੇਟਾਂ ਕਵਰ ਕਰ ਪਾਉਂਦਾ, ਇਸ ਤੋਂ ਜ਼ਿਆਦਾ ਨਹੀਂ ਕਰ ਪਾਉਂਦਾ। ਤੇ ਟੈਕਸੀ ਤਾਂ ਸਾਡੀ 300 ਕਿਲੋਮੀਟਰ ਤੋਂ ਜ਼ਿਆਦਾ ਕੋਈ ਲੈ ਕੇ ਨਹੀਂ ਜਾਂਦਾ, ਬਾਈ ਏਅਰ ਜਾਂਦੇ, ਬਾਈ ਟ੍ਰੇਨ ਜਾਂਦੇ ਆ। ਇਹ ਤਾਂ ਕਾਮਨ ਜੀ ਗੱਲ ਹੈ ਨਾ। ਦੇਖੋ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਕਿ ਕੋਈ ਨਾਲ ਲੱਗਦੀਆਂ 3-4 ਸਟੇਟਾਂ ਇਹਨਾਂ ਨੂੰ ਦੇ ਦਿਓ ਜਿੱਥੇ ਇਹਦੀ ਗੱਡੀ ਦੀ ਰਜਿਸਟ੍ਰੇਸ਼ਨ ਹੈ। ਇਹਨੂੰ ਪੂਰੇ ਇੰਡੀਆ ਘੁੰਮਣ ਦੀ ਕੀ ਜ਼ਰੂਰਤ ਹੈ, ਕਿਹੜਾ ਕਸਟਮਰ ਲੈ ਕੇ ਜਾਂਦਾ ਪੂਰਾ ਇੰਡੀਆ, ਦੱਸੋ। ਇਹ ਕਹਿੰਦੇ ਜੀ ਤੁਹਾਨੂੰ ਪੂਰਾ ਇੰਡੀਆ ਫ੍ਰੀ ਆ, ਤੁਸੀਂ 1 ਟਾਈਮ ਟੈਕਸ ਕਰ ਦਿਓ। ਸਾਨੂੰ ਕਿਆ ਜ਼ਰੂਰਤ ਹੈ ਟੈਕਸ ਦੀ। ਜਾਣਾ ਦਿੱਲੀ ਅਸੀਂ ਉਹਦਾ 1200 ਰੁਪਇਆ ਟੈਕਸ ਅਸੀਂ ਪੇ ਕਰਦੇ ਹਾਂ, ਤੇ ਅਸੀਂ 25,000 ਕਿੱਥੋਂ ਦੇਵਾਂਗੇ। ਇਹੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਨੂੰ ਕਮ ਸੇ ਕਮ 2 ਸਾਲ ਲਈ ਮਾਫ ਕਰ ਦਿਓ, ਉਸ ਤੋਂ ਬਾਅਦ ਤੁਸੀਂ ਚਲਾ ਲਓ। ਅਗਰ ਤੁਹਾਡੀਆਂ ਜੇਬਾਂ ਨਹੀਂ ਭਰਦੀਆਂ ਸਰਕਾਰ ਦੀਆਂ, 2 ਸਾਲ ਬਾਅਦ ਚਲਾ ਲਓ ਤੁਸੀਂ ਉਹਨੂੰ। ਕਮ ਸੇ ਕਮ ਅਜੇ ਜਿਹੜਾ ਇਹ ਪ੍ਰੋਬਲਮ ਆ ਰਹੀ ਹੈ ਪੂਰੇ ਦੇਸ਼ ਤੇ, ਉਹਨੂੰ ਤਾਂ ਖਿਆਲ ਰੱਖੋ ਕਿ ਇਸ ਟਾਈਮ ਜੋ ਰੂਟੀਨ ਵਰਕ ਹੈ ਉਹ ਤਾਂ ਆ ਨਹੀਂ ਰਿਹਾ, ਅਸੀਂ ਟੈਕਸ ਕਿੱਥੋਂ ਪੇ ਕਰ ਦਾਂਗੇ। ਦੂਜੀ ਗੱਲ ਇਹ ਵੀ ਹੈ ਭਾਜੀ ਵੀ ਜਿਸ ਤਰ੍ਹਾਂ ਇਹ ਹੁਣ ਕੋਵਿਡ-19 ਬਹੁਤ ਜ਼ਿਆਦਾ ਵੱਧ ਰਿਹਾ, ਉਸ ਹਿਸਾਬ ਨਾਲ ਜਿਸ ਤਰ੍ਹਾਂ ਪਹਿਲਾਂ ਬੰਦ ਕਰਿਆ ਸੀਗਾ, ਬਿਲਕੁਲ ਸੀਲ ਕਰਿਆ ਸੀਗਾ, ਉਸ ਹਿਸਾਬ ਨਾਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ। ਪਹਿਲਾਂ ਇੰਨਾ ਨਹੀਂ ਸੀਗਾ, ਪਿਛਲੇ ਸਾਲ 20 ਦੇ ਵਿੱਚ ਇੰਨਾ ਨਹੀਂ ਸੀਗਾ, ਹੁਣ 21 ਦੇ ਵਿੱਚ ਜ਼ਿਆਦਾ ਹੈ। ਹੁਣ ਤਾਂ ਬੰਦਾ ਖੜੇ ਖੜੇ ਗਿਰ ਜਾਂਦਾ, ਜਿਸ ਤਰ੍ਹਾਂ ਚਾਈਨਾ ਦੇ ਵਿੱਚ ਵੀਡੀਓ ਦਿਖਾ ਰਹੇ ਸੀਗੇ ਵੀ ਬੰਦਾ ਖੜੇ ਖੜੇ ਗਿਰ ਗਿਆ, ਉਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਉਰੇ ਹੋ ਰਿਹਾ। ਹੁਣ ਮੇਰੇ ਹਿਸਾਬ ਨਾਲ ਤਾਂ ਸਾਡਾ ਤਾਂ ਬਿਜ਼ਨਸ ਵੈਸੇ ਵੀ ਨਹੀਂ ਚੱਲ ਰਿਹਾ ਭਾਜੀ, ਦੇਖੋ, ਲੇਕਿਨ ਆਪਾਂ ਕਹਿੰਦੇ ਆ ਵੀ ਇਨਸਾਨ ਦੀ ਜ਼ਿੰਦਗੀ ਪਹਿਲਾਂ, ਉਸ ਹਿਸਾਬ ਨਾਲ 1 ਮਹੀਨੇ ਵਾਸਤੇ ਬਿਲਕੁਲ ਸੀਲ ਕਰ ਦੇਣ, ਜਿਸ ਤਰ੍ਹਾਂ ਪਹਿਲਾਂ ਕੀਤਾ ਸੀਗਾ, ਬਿਲਕੁਲ ਸੀਲ ਕਰ ਦੇਣ। ਕੋਈ ਨਾ ਬੰਦਾ ਬਾਹਰ ਨਿਕਲੇ, ਕੋਈ ਕੁਛ ਨਾ ਹੋਵੇ, ਜਿਸ ਤਰ੍ਹਾਂ ਪਹਿਲਾਂ ਕੀਤਾ ਇਹਨਾਂ ਨੇ ਵੀ ਆਪਣਾ ਕਾਰਪੋਰੇਸ਼ਨ ਰਾਸ਼ਨ ਦੇ ਰਹੀ ਹੈ ਸਾਰਿਆਂ ਨੂੰ, ਸਬਜ਼ੀਆਂ ਆ ਰਹੀਆਂ, ਉਹੀ ਸਿਸਟਮ ਇੱਕ ਵਾਰ ਨੂੰ 1 ਮਹੀਨੇ ਵਾਸਤੇ ਕਰਦੇ ਨੇ, ਇਹ ਸਟਾਪ ਹੋ ਜਾਏਗੀ, ਚੇਨ ਟੁੱਟ ਜਾਏਗੀ। ਇਹ ਚੇਨ ਬਹੁਤ ਜ਼ਰੂਰੀ ਹੈ ਟੁੱਟਣੀ। ਹੁਣ ਇਹ ਪਿੰਡਾਂ ਦੇ ਵਿੱਚ ਵੜ ਗਈ ਹੈ, ਇਹ ਚੀਜ਼ ਪਿੰਡਾਂ ਦੇ ਵਿੱਚ ਵੜੀ ਹੈ, ਉੱਥੇ ਕਵਰ ਹੋਣੀ ਬਹੁਤ ਮੁਸ਼ਕਿਲ ਹੋ ਜਾਣੀ ਹੈ। ਉਸ ਹਿਸਾਬ ਨਾਲ ਇਹਨੂੰ ਬੰਦ ਕਰਨਾ ਚਾਹੀਦਾ। ਭਾਜੀ
ਇੱਕ ਵੱਡਾ ਸਵਾਲ ਹੈ, ਗੱਡੀਆਂ ਅਗਰ ਇਨੋਵਾ ਦੀ ਗੱਲ ਕਰੀਏ 20 ਤੋਂ 25 ਲੱਖ ਦੀ ਇੱਕ ਗੱਡੀ ਪੈਂਦੀ ਹੈ ਤੇ ਸਵਾ ਸਾਲ ਤੋਂ ਦੇਖ ਰਹੇ ਹਾਂ ਕਿ ਕੰਮ ਨਹੀਂ ਹੈ, ਤੇ ਪਰ 20 ਤੋਂ 25 ਲੱਖ ਕਿੰਨੇ ਸਮੇਂ ਤੱਕ ਪੂਰਾ ਹੋ ਜਾਂਦਾ ਹੈ? ਦੇਖੋ ਸਰ, ਜਿਹੜੀ ਇਨੋਵਾ ਕ੍ਰਿਸਟਾ ਗੱਡੀ ਆ ਔਨ ਰੋਡ ਜਾ ਕੇ ਸਾਡੀ ਉਹ 20-22 ਲੱਖ ਦੇ ਕਰੀਬ ਔਨ ਰੋਡ ਹੁੰਦੀ ਹੈ। ਪਰ ਜੇ ਅਸੀਂ ਗੱਲ ਕਰੀਏ ਵੀ ਉਹਦੇ ਪੈਸੇ ਕਿਵੇਂ ਪੂਰੇ ਹੁੰਦੇ, ਪੈਸੇ ਤਾਂ ਪਹਿਲੇ ਵੀ ਪੂਰੇ ਨਹੀਂ ਹੁੰਦੇ ਸੀਗੇ। ਉਹਦੇ ਕਾਰਨ ਇਹ ਹੈ ਬੇਰੋਜ਼ਗਾਰੀ ਬਹੁਤ ਹੈ, ਲੋਕਾਂ ਦੇ ਕੋਲ ਆਪਸ਼ਨ ਕੋਈ ਨਹੀਂ ਹੈਗੀ। ਸਭ ਤੋਂ ਸੌਖਾ ਆਸਾਨ ਕੰਮ ਲੱਗਦਾ ਟੈਕਸੀ। ਅਸੀਂ ਲੋਕ ਉਹ EMI ਤੇ ਟੈਕਸੀਆਂ ਲੈ ਲੈਂਦੇ ਆ, ਲੈ ਕੇ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਪਰ ਉਹ ਹੁੰਦੀਆਂ ਨਹੀਂ। ਜਿਹੜਾ ਹੁਣ ਟਾਈਮ ਹੈ ਇਸ ਵੇਲੇ ਤਾਂ ਸਮਝ ਲਓ ਵੀ 20 ਜਾਂ 25 ਲੱਖ ਦੀ ਗੱਡੀ ਦਾ ਪੂਰਾ ਕਰਨਾ, ਉਹ ਤਾਂ 7-8 ਲੱਖ ਦੀ ETOs ਦਾ ਪੂਰਾ ਨਹੀਂ ਹੋ ਰਿਹਾ। ਬਹੁਤ ਮੁਸ਼ਕਿਲ ਹੈ ਇਹਨੂੰ ਪੂਰਾ ਕਰਨਾ। ਅਗਰ ਬਹੁਤ ਹੀ ਮਿਹਨਤ ਦੇ ਨਾਲ ਬੰਦਾ ਕੰਮ ਕਰੇ ਤਾਂ ਜਾ ਕੇ ਇਸ ਲਈ 7 ਜਾਂ 8 ਸਾਲ ਦੇ ਵਿੱਚ ਪੂਰਾ ਹੋ ਸਕਦਾ, ਅਦਰਵਾਈਜ਼ ਨਹੀਂ ਹੁੰਦਾ ਪੂਰਾ। ਭਾਜੀ ਇੱਕ ਤਰਫ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ, ਦੂਜੀ ਤਰਫ ਟੈਕਸ ਸਰਕਾਰਾਂ ਨੇ ਵਧਾ ਦਿੱਤੇ, ਤੀਜੀ ਤਰਫ ਕੰਮ ਨਹੀਂ ਹੈ। ਤੇ ਅਗਰ ਸਿੰਪਲ ਗੱਡੀ ਤੋਂ ਨੋਰਮਲ ਗੱਡੀ ਤੋਂ ਕੰਪੇਅਰ ਕਰਦੇ ਹਾਂ ਕਮਰਸ਼ੀਅਲ ਗੱਡੀ ਦਾ, ਤੇ ਕਿੰਨੇ ਪਰਸੈਂਟ ਫਾਲਤੂ ਪੈਂਦਾ, ਕਿੰਨੇ ਪਰਸੈਂਟ ਕਮਰਸ਼ੀਅਲ ਗੱਡੀ ਨੂੰ ਜਿਹੜੇ ਆ ਪੇ ਕਰਨੇ ਪੈਂਦੇ ਆ? ਭਾਜੀ ਕਮਰਸ਼ੀਅਲ ਗੱਡੀ ਦੇ ਵਿੱਚ ਤਾਂ ਹਰ ਚੀਜ਼ ਪੇ ਐਕਸਟਰਾ ਕਰਨੀ ਪੈਂਦੀ ਆ। ਨਾਰਮਲ ਤੁਹਾਡੀ ਇੰਸ਼ੋਰੈਂਸ, ਇੱਕ ਤੁਸੀਂ ਕ੍ਰਿਸਟਾ ਦੀ ਇੰਸ਼ੋਰੈਂਸ ਲੈ ਲਓ, ਕ੍ਰਿਸਟਾ ਦੀ ਸਿੰਪਲ ਇੰਸ਼ੋਰੈਂਸ ਕਰਾਉਂਦੇ ਹੋ ਨੋਵਾ ਕ੍ਰਿਸਟਾ ਦੀ, ਉਹ ਤੁਹਾਡੀ 50,000 55,000 ਇਹ 80,000 ਤੱਕ ਹੁੰਦੀ ਇੰਸ਼ੋਰੈਂਸ ਕ੍ਰਿਸਟਾ ਦੀ। ਤੇ ਸਿੰਪਲ ਗੱਡੀ ਜਿਹੜੀ ਉਹ ਹੁੰਦੀ ਹੈ ਸਸਤੀ ਹੁੰਦੀ ਹੈ ਜੀ, ਨਾਲੇ ਅਸੀਂ ਰੋਡ ਟੈਕਸ ਦਿੰਦੇ ਆ, ਹਰ ਸਟੇਟ ਦਾ ਟੈਕਸ ਦਿੰਦੇ, ਜਿਹੜੀ ਸਟੇਟ ਜਾਂਦੇ ਆ। ਜਿਹੜੀ ਪ੍ਰਾਈਵੇਟ ਗੱਡੀ ਹੁੰਦੀ ਹੈ ਉਹਨੂੰ ਇੱਕੋ ਜਗ੍ਹਾ ਟੈਕਸ ਦੇਣਾ। ਜੇ ਤੁਸੀਂ ਪੰਜਾਬ ਚੋਂ ਰਜਿਸਟਰ ਕਰਾਈ ਹੈ ਤਾਂ ਪੰਜਾਬ ਦਾ ਟੈਕਸ ਦੇਗੀ, ਜੇ ਚੰਡੀਗੜ੍ਹ ਕਰਾਈ ਤਾਂ ਚੰਡੀਗੜ੍ਹ ਦਾ ਟੈਕਸ ਦੇਗੀ। ਅਸੀਂ ਜਿਹੜੀ ਸਟੇਟ ਜਾਂਦੇ ਹਾਂ ਉਸ ਸਟੇਟ ਦਾ ਸਾਨੂੰ ਟੈਕਸ ਦੇਣਾ ਪੈਂਦਾ ਜੀ। ਹੁਣ ਗੌਰਮੈਂਟ ਨੇ ਹਿਮਾਚਲ ਗੌਰਮੈਂਟ ਦਾ ਹੀ ਲਾ ਲਓ ਜੀ, ਪਹਿਲਾਂ ਪਰ ਮੰਥ ਵਿੱਚ ਟੈਕਸ ਕੱਟਦੇ ਸੀ 3020 ਰੁਪਏ ਜੀ, ਹੁਣ ਇਹਨਾਂ ਨੇ ਪਰ ਡੇ ਕਰਤਾ ਜੀ 220 ਰੁਪਏ ਜੀ। 220 ਰੁਪਏ ਕਿਹੜਾ ਕੱਟੇਗਾ? 6263 ਰੁਪਇਆ ਹੋ ਗਿਆ ਜੀ ਮਹੀਨੇ ਦਾ। ਪਹਿਲਾਂ 3020 ਰੁਪਏ ਸੀ। ਸਾਡੀਆਂ ਹਿਮਾਚਲ 'ਚ ਗੱਡੀਆਂ ਜਾਂਦੀਆਂ ਬੱਦੀ ਜੀ, ਕਿੱਥੋਂ ਟੈਕਸ ਦਾ? ਕੰਪਨੀਆਂ ਟੈਕਸ ਦਿੰਦੀਆਂ ਨੇ ਜੀ। ਪਿਛਲੇ ਜੂਨ ਤੋਂ ਲਾ ਲਓ ਤੁਸੀਂ, 2020 ਤੋਂ ਜੂਨ ਤੋਂ ਲਾ ਲਓ, ਡੀਜ਼ਲ ਦਾ ਫਰਕ ਪੈ ਗਿਆ ਜੀ, 24-25 ਰੁਪਏ ਦਾ ਡੀਜ਼ਲ ਦਾ ਫਰਕ ਪੈ ਗਿਆ ਜੀ। ਭਾਜੀ ਤੁਸੀਂ ਇੰਨਾ ਟੈਕਸ ਦੇ ਰਹੇ ਹੋ ਤੇ ਕੋਈ ਗਵਰਨਮੈਂਟ ਨੇ ਬੈਨੀਫਿਟ ਦਿੱਤਾ ਤੁਹਾਨੂੰ? ਗਵਰਨਮੈਂਟ ਨੇ ਕੋਈ ਬੈਨੀਫਿਟ ਨਹੀਂ ਦਿੱਤਾ ਜੀ। ਗਵਰਨਮੈਂਟ ਨੇ ਤਾਂ ਹੁਣ ਤੱਕ ਸਾਨੂੰ ਬਰਡਨ ਹੀ ਪਾਇਆ ਹੈ। ਪਹਿਲੇ ਨੋਟਬੰਦੀ, ਫਿਰ GST, ਫਿਰ ਹੁਣ ਆ ਕਰੋਨਾ ਕਾਲ ਦੇ ਵਿੱਚ ਸਾਨੂੰ ਨੈਸੈਸਰੀ ਜਿਹੜਾ ਇਹ ਈਅਰਲੀ ਟੈਕਸ ਜਿਹੜਾ ਲਾ ਦਿੱਤਾ ਹੈ, ਉਹ ਸਾਨੂੰ ਭਰਨਾ ਬਹੁਤ ਮੁਸ਼ਕਿਲ ਹੋ ਗਿਆ। ਦੂਜੀ ਅਗਰ ਅਸੀਂ ਗੱਲ ਕਰੀਏ ਚੰਡੀਗੜ੍ਹ ਟੈਕਸੀ ਓਪਰੇਟਰਸ ਦੀ, ਚੰਡੀਗੜ੍ਹ ਟੈਕਸੀ ਓਪਰੇਟਰ 60 ਟੈਕਸੀ ਸਟੈਂਡ ਐਸੇ ਆ ਜਿਹੜੇ ਆਥੋਰਾਈਜ਼ ਨੇ, ਔਰ 200 ਟੈਕਸੀ ਸਟੈਂਡ ਐਸਾ ਹੈ ਜਿਹੜਾ ਅਨਆਥੋਰਾਈਜ਼ ਹੈ। ਸਾਨੂੰ ਜਿਹੜੇ ਆਥੋਰਾਈਜ਼ ਟੈਕਸੀ ਸਟੈਂਡ ਓਪਰੇਟਰ ਹੈਗੇ ਉਹਨਾਂ ਨੂੰ ਤਾਂ ਇਹ ਵੀ ਦੋਹਰੀ ਮਾਰ ਝੇਲਣੀ ਪੈਂਦੀ। ਅਸੀਂ ਕਾਰਪੋਰੇਸ਼ਨ ਨੂੰ ਆਪਣਾ ਗਰਾਊਂਡ ਰੈਂਟ ਵੀ ਟਾਈਮ ਟੂ ਟਾਈਮ ਪੇ ਕਰਦੇ। ਗਰਾਊਂਡ ਰੈਂਟ ਤੁਸੀਂ ਦੇ ਰਹੇ ਹੋ? ਕਿਉਂਕਿ ਅਗਰ ਗੱਲ ਕਰੀਏ ਤਾਂ ਪਿਛਲੇ ਵੀ ਜਦੋਂ ਲੋਕਡਾਊਨ ਸੀਗਾ, ਤਾਲਾਬੰਦੀ ਸੀਗੀ, ਤੇ ਉਹਦੇ ਵਿੱਚ ਵੀ ਤੁਸੀਂ ਸਭ ਕੁਝ ਪੇ ਕੀਤਾ? ਦੇਖੋ ਸਰ, ਅਸੀਂ ਬੜੀ ਮੁਸ਼ਕਲ ਦੇ ਨਾਲ ਐਪਲੀਕੇਸ਼ਨਾਂ ਲਿਖ ਕੇ 3 ਮਹੀਨੇ ਦਾ ਜਿਹੜਾ ਰੈਂਟ ਹੈ ਉਹ ਕਾਰਪੋਰੇਸ਼ਨ ਤੋਂ ਮਾਫ ਕਰਾਉਣ ਵਿੱਚ ਕਾਮਯਾਬ ਹੋਏ, ਪਰ ਜਿਹੜਾ ਕਿ ਕਾਫੀ ਨਹੀਂ ਹੈ। ਪਿਛਲੇ 1 ਸਾਲ ਤੋਂ ਸਮਝ ਲਓ ਵੀ ਅਗਰ ਅਸੀਂ ਇੱਥੇ ਆਂਦੇ ਆ ਟੈਕਸੀ ਸਟੈਂਡ ਤੇ ਬੈਠ ਕੇ ਚੱਲ ਜਾਂਦੇ, ਕੰਮ ਕੋਈ ਨਹੀਂ ਹੁੰਦਾ, ਔਰ ਜਿਹੜਾ ਰੈਂਟ ਹੈ ਸਾਨੂੰ ਉਹ ਪੂਰਾ ਹੀ ਪੇ ਕਰਨਾ ਪੈਣਾ। ਹੋ ਸਕਦਾ ਕਿਸੇ ਵੀਰ ਭਰਾ ਦਾ ਰੈਂਟ ਅਜੇ ਨਾ ਗਿਆ ਹੋਏ, ਪਰ ਉਹ ਕਰੇਗਾ, ਜਮ੍ਹਾਂ ਕਰਾਏਗਾ, ਵਿਦ ਫਾਈਨ ਕਰਵਾਏਗਾ। 18,000 ਰੁਪਈਆ 3 ਮਹੀਨੇ ਦਾ ਜਾ ਰਿਹਾ ਮੇਰੀ ਲੋਕੇਸ਼ਨ ਦਾ ਗਰਾਊਂਡ ਰੈਂਟ। ਇਦਾਂ ਹੀ ਅਲੱਗ-ਅਲੱਗ ਲੋਕੇਸ਼ਨਾਂ ਦੇ ਵਿੱਚ ਏਰੀਆ ਵਾਈਜ਼ ਸਭ ਦਾ ਰੈਂਟ ਹੈਗਾ, ਕਿਸੇ ਦਾ 18,000, ਕਿਸੇ ਦਾ 25,000, ਕਿਸੇ ਦਾ 30-35,000 ਵੀ ਹੈ, ਜਿਹੜਾ ਦੇਣਾ ਬਹੁਤ ਮੁਸ਼ਕਿਲ ਹੋ ਗਿਆ। ਰਿਲੀਫ ਜਿਹੜਾ ਹੈਗਾ ਸਾਨੂੰ ਗਵਰਨਮੈਂਟ ਨੇ 1% ਦਿੱਤਾ ਹੈ, ਔਰ 99% ਜਿਹੜਾ ਸਾਡੇ ਤੇ ਬਰਡਨ ਹੀ ਪਾਇਆ ਹੈ। ਤੇ ਸਵੇਰੇ ਜਦੋਂ ਘਰੋਂ ਆਉਂਦੇ ਹੋ ਸੋਚ ਕੇ ਆਉਂਦੇ ਹੋ ਕਿ ਅੱਜ ਕੋਈ ਚੱਕਰ ਲੱਗ ਸਕਦਾ, ਗੇੜਾ ਲੱਗ ਸਕਦਾ, ਗੱਡੀ ਕਿਤੇ ਜਾ ਸਕਦੀ ਹੈ, 2 ਪੈਸੇ ਆ ਸਕਦੇ ਆ, ਪਰ ਸਵੇਰੇ ਡੀਜ਼ਲ ਫੂਕ ਕੇ ਤੁਸੀਂ ਆਉਂਦੇ ਹੋ, ਸਵੇਰ ਤੋਂ ਸ਼ਾਮ ਤੱਕ ਕੋਈ ਸਵਾਰੀ ਨਹੀਂ ਮਿਲਦੀ ਤੁਹਾਨੂੰ, ਤੇ ਉਸ ਤੋਂ ਬਾਅਦ ਕੀ ਸੋਚਦੇ ਹੋ? ਸ਼ਾਮੀ ਕੀ ਮੂਡ ਹੁੰਦਾ ਹੈ, ਕੀ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ? ਦੇਖੋ ਸਰ, ਅਸੀਂ ਜਿੰਨੇ ਵੀ ਬੰਦੇ ਇਸ ਵੇਲੇ ਟੈਕਸੀ ਦਾ ਕੰਮ ਕਰ ਰਹੇ ਹਾਂ, ਅਸੀਂ ਉਮਰ ਦੇ ਉਸ ਪੜਾਅ ਵਿੱਚ ਆ ਗਏ, ਅਸੀਂ ਆਪਣਾ ਕੰਮ ਚੇਂਜ ਨਹੀਂ ਕਰ ਸਕਦੇ, ਨਾ ਅਸੀਂ ਹੋਰ ਕੰਮ ਕਰਨ ਦੇ ਹੁਣ ਇਸ ਵੇਲੇ ਲਾਇਕ ਹੈਗੇ ਆ। ਕਿਸੇ ਦੀ ਉਮਰ 35 ਸਾਲ ਹੈ, ਕਿਸੇ ਦੀ 40 ਹੈ, ਕੋਈ ਭਰਾ ਸਾਡੇ 50 ਸਾਲ ਤੋਂ ਉੱਪਰ ਵੀ ਹੈਗੇ। ਅਸੀਂ ਆਪਣਾ ਬਿਜ਼ਨਸ ਤਾਂ ਚੇਂਜ ਕਰ ਨਹੀਂ ਸਕਦੇ, ਨਾ ਕਿਸੇ ਹੋਰ ਕੰਮ ਦੇ ਵਿੱਚ ਜਾ ਕੇ ਸਾਨੂੰ ਪਤਾ ਅਸੀਂ ਸਕਸੈਸ ਹੋਣਾ ਹੈ। ਅਸੀਂ ਆਪਣੇ ਕੰਮ ਦੇ ਮਾਹਿਰ ਹੈ, ਆਪਣੇ ਕੰਮ ਦੇ ਵਿੱਚ ਹੀ ਕਰ ਸਕਦੇ ਹਾਂ, ਪਰ ਨਿਰਾਸ਼ਾ ਹੁੰਦੀ ਸਾਨੂੰ ਜਦ ਅਸੀਂ ਸ਼ਾਮ ਨੂੰ ਖਾਲੀ ਹੱਥ ਆਪਣੇ ਘਰ ਜਾਂਦੇ। ਸਭ ਦੀਆਂ ਫੈਮਲੀਆਂ ਵੀ ਹੈਗੀਆਂ ਨੇ,
ਇੱਥੇ ਸਾਰੇ ਤਕਰੀਬਨ ਟੈਕਸੀ ਆਪਰੇਟਰ 80% ਐਸੇ ਆ ਜਿਹੜੇ ਕਿਰਾਏ ਤੇ ਹੀ ਰਹਿੰਦੇ, ਆਪਣੀਆਂ ਫੈਮਲੀਆਂ ਲੈ ਕੇ ਰਹਿ ਰਹੇ ਆ। ਉਹਨਾਂ ਨੇ ਕਿਸ਼ਤ ਵੀ ਭਰਨੀ, ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ, ਪਰ ਨਹੀਂ ਦੇ ਪਾ ਰਹੇ। ਆਉਣ ਵਾਲਾ ਜਿਹੜਾ ਸਮਾਂ ਹੈ, ਅਗਰ ਸਾਡੇ ਪਰ ਧਿਆਨ ਨਹੀਂ ਦਿੱਤਾ ਗਿਆ ਤਾਂ ਟੈਕਸੀ ਆਪਰੇਟਰ ਵਾਸਤੇ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਣੀ, ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੂੰ, ਸਾਡੀ ਗਵਰਨਮੈਂਟ ਨੂੰ ਹਜੇ ਤੱਕ ਨਹੀਂ ਦਿਖਾਈ ਦੇ ਰਹੀ। ਇਸ ਕਰਕੇ ਗਵਰਨਮੈਂਟ ਅੱਗੇ ਸਾਡੀ ਸਾਰਿਆਂ ਦੀ ਆਹੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਸਾਨੂੰ ਟੈਕਸ ਦਾ ਬੋਝ ਪਾਇਆ ਹੈ ਉਹ ਤਾਂ ਸਾਡਾ ਘੱਟ ਕਰ ਦੇਣ, ਔਰ ਸਾਡੇ ਕੰਮ ਵਾਸਤੇ ਵੀ ਗਵਰਨਮੈਂਟ ਕੁਝ ਸੋਚੇ, ਕਿਉਂਕਿ ਚੰਡੀਗੜ੍ਹ ਔਰ ਪੰਜਾਬ ਦੇ ਵਿੱਚ ਬਹੁਤ ਗੱਡੀਆਂ ਪੱਕੀਆਂ ਲੱਗੀਆਂ, ਅਦਰ ਸਟੇਟ ਦੀਆਂ ਲੱਗੀਆਂ ਹੋਈਆਂ। ਅਦਰ ਸਟੇਟ ਦੀਆਂ ਗੱਡੀਆਂ ਇੱਥੇ ਆ ਕੇ ਸਾਡੇ ਸ਼ਹਿਰ ਦੇ ਵਿੱਚ ਕੰਮ ਕਰ ਰਹੀਆਂ। ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਆਰਟੀਓ, ਡੀਟੀਓ, ਐਸਟੀਏ, ਇਹਨਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏ, ਜਿਹੜੇ ਇਹਦੇ ਅਸਲੀ ਹੱਕਦਾਰ ਹੈ, ਜਿਹੜੇ ਟੈਕਸ ਪੇਅਰ ਹੈ। ਚੰਡੀਗੜ੍ਹ ਦੇ ਵਿੱਚ ਜਿਹੜੇ ਟੈਕਸ ਪੇ ਕਰ ਰਹੇ ਆ, ਪੰਜਾਬ ਦੇ ਵਿੱਚ ਟੈਕਸ ਪੇ ਕਰ ਰਹੇ ਆ, ਉਹਨਾਂ ਨੂੰ ਹੀ ਪਹਿਲ ਦਿੱਤੀ ਜਾਏ। ਤੇ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹਾਲਾਤ ਜਿਹੜੇ ਨੇ ਕਾਫੀ ਵਿਗੜੇ ਹੋਏ ਨੇ। ਇੱਕ ਤਰਫ ਕਰੋਨਾ ਦੀ ਮਹਾਮਾਰੀ ਹੈ, ਦੂਜੀ ਤਰਫ ਭੁੱਖਮਰੀ ਦੇ ਹਾਲਾਤ ਮੁੜ ਤੋਂ ਬਣ ਰਹੇ ਨੇ। ਅਗਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਗਰਾਊਂਡ ਜ਼ੀਰੋ ਤੋਂ ਕਿ ਟੈਕਸੀ ਦਾ ਕੀ ਹਾਲ ਹੋਇਆ ਪਿਆ, ਇੱਕ ਤਰਫ ਡੇਲੀ ਬੇਸਿਸ ਕੰਮ ਜਿਹੜੇ ਕਰਦੇ ਨੇ, ਦਿਹਾੜੀਦਾਰ ਮਜ਼ਦੂਰ ਨੇ, ਪ੍ਰਵਾਸੀ ਮਜ਼ਦੂਰ ਨੇ, ਉਹ ਮੁੜ ਤੋਂ ਆਪਣੇ ਘਰ ਜਾ ਰਹੇ ਨੇ। ਦੂਜੀ ਤਰਫ ਟੈਕਸੀ ਵਾਲਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪਿਛਲੇ ਸਾਲ ਦੀ ਗੱਲ ਕਰੀਏ ਤਾਂ 22 ਮਾਰਚ ਨੂੰ ਪਹਿਲੇ ਦਿਨ ਲੋਕਡਾਊਨ ਲੱਗਦਾ ਹੈ। ਉਸੇ ਦਿਨ ਤੋਂ ਹੀ ਜਿਹੜੇ ਟੈਕਸੀ ਵਾਲੇ ਨੇ ਉਹਨਾਂ ਨੂੰ ਇਸ ਲੋਕਡਾਊਨ ਦੀ ਮਾਰ ਜਿਹੜੀ ਹੈ ਉਹ ਚੱਲਣੀ ਪੈਂਦੀ ਹੈ। ਤੇ ਵੱਡੇ ਸਵਾਲ ਵੀ ਇਹ ਹੈ ਕਿ ਜਿਸ ਨੇ ਦੇਹਰਾਦੂਨ ਜਾਣਾ ਹੈ ਤਾਂ ਹਿਮਾਚਲ ਹੋ ਕੇ, ਯੂਪੀ ਹੋ ਕੇ, ਉੱਤਰਾਖੰਡ ਜਾਣਾ, 3 ਸਟੇਟ ਦੇ ਪਹਿਲੀ ਗੱਲ ਤਾਂ ਪਾਸ ਜਿਹੜੇ ਨੇ ਉਹ ਨਹੀਂ ਮਿਲਦੇ। ਤੇ ਦੂਜੀ ਗੱਲ ਅਗਰ ਗੱਲ ਕਰੀਏ ਤਾਂ EMIs ਬਹੁਤ ਨੇ। ਸਰਕਾਰ ਜਿਹੜੀਆਂ ਨੇ ਅਗਰ ਪਰਮਿਟ ਦੀ ਗੱਲ ਕਰੀਏ ਉਹਦੇ ਵਿੱਚ ਕਾਫੀ ਇਜ਼ਾਫਾ ਕੀਤਾ। ਅਗਰ ਡੀਜ਼ਲ ਦੀ, ਪੈਟਰੋਲ ਦੀ ਕੀਮਤਾਂ ਦੇ ਗੱਲ ਕਰੀਏ ਤਾਂ ਕਾਫੀ ਉਹਦੇ ਵਿੱਚ ਇਜ਼ਾਫਾ ਹੋਇਆ, ਤੇ ਉਸ ਕਰਕੇ ਕਾਫੀ ਮਾਰ ਜਿਹੜੀ ਹੈ ਟੈਕਸੀ ਵਾਲਿਆਂ ਨੂੰ ਚੱਲਣੀ ਪੈ ਰਹੀ ਹੈ। 50% ਦੀ ਅਗਰ ਗੱਲ ਕਰੀਏ ਤਾਂ 50% ਟੈਕਸੀ ਵਾਲੇ ਖਤਮ ਹੋ ਚੁੱਕੇ ਨੇ। ਜਿਹੜੇ ਡੇਲੀ ਬੇਸਿਸ ਦਿਹਾੜੀ ਕਰਦੇ ਸੀਗੇ ਉਹ ਖਤਮ ਹੋ ਚੁੱਕੇ ਨੇ, ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਗੱਡੀ 'ਚ 2 ਬੰਦੇ ਅਲਾਉਡ ਨੇ। ਅਗਰ ਕਿਸੇ ਕਪਲ ਨੇ ਜਾਣਾ ਹੈ ਤਾਂ ਉਹ ਡਰਾਈਵਰ ਨੂੰ ਨਹੀਂ ਪ੍ਰੈਫਰ ਕਰਦਾ, ਕਿਉਂਕਿ 2 ਬੰਦੇ ਹੀ ਅਲਾਉਡ ਨੇ ਗੱਡੀ 'ਚ, ਇੱਕ ਡਰਾਈਵਰ ਤੇ ਇੱਕ ਦੂਜਾ ਬੰਦਾ ਹੋ ਸਕਦਾ। ਇੱਕ ਅਗਰ ਕਿਸੇ ਕਪਲ ਨੇ ਜਾਣਾ ਤਾਂ ਡਰਾਈਵਰ ਨੂੰ, ਕਿਉਂਕਿ ਅਗਰ ਸਕੂਲ ਦੀ ਗੱਲ ਕਰੀਏ ਸਕੂਲ ਵੀ ਬੰਦ ਨੇ, ਤਾਂ ਸਕੂਲ ਦੇ ਜਿਹੜੇ ਬੱਸਿਸ ਆਪਰੇਟਰ ਸੀਗੇ ਉਹ ਵੀ ਬੇਰੋਜ਼ਗਾਰ ਹੋਏ ਪਏ ਨੇ। ਦੂਜੀ ਤਰਫ ਠੇਕੇ ਖੁੱਲੇ ਪਏ ਨੇ, ਸਕੂਲ ਬੰਦ ਨੇ, ਤੇ ਵੱਡੇ ਸਵਾਲ ਜਿਹੜੇ ਨੇ ਸਰਕਾਰਾਂ ਤੇ ਉੱਠਦੇ ਨੇ। ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ, ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਜਰਨਲਿਸਟ ਪੰਕਜ ਦੇ ਨਾਲ ਜੈ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।